ਮੇਰੀ ਪਤਨੀ ਰੋਜ਼ ਮੇਰੇ ਲਈ ਬਹੁਤ ਟੇਸਟੀ ਤੇ ਨਵੇਂ-ਨਵੇਂ ਖਾਣੇ ਬਣਾਉਂਦੀ। ਰਾਤ ਨੂੰ ਜਦੋਂ ਮੈਂ ਦਫ਼ਤਰ ਤੋਂ ਆਉਂਦਾ ਤਾਂ ਮੇਰੀ ਪਤਨੀ ਖਾਣੇ ਦੀ ਟੇਬਲ 'ਤੇ ਨਵਾਂ ਸੂਟ ਪਾ ਕੇ ਮੇਰਾ ਇੰਤਜ਼ਾਰ ਕਰ ਰਹੀ ਹੁੰਦੀ। ਮੇਰੀ ਪਤਨੀ ਇੰਨੀ ਸੋਹਣੀ ਸੀ ਕਿ ਉਸ ਨੂੰ ਦੇਖਦੇ ਹੀ ਮੇਰੀ ਸਾਰੇ ਦਿਨ ਦੀ ਥਕਾਨ ਉਤਰ ਜਾਂਦੀ। ਮੈਂ ਜਲਦੀ ਨਾਲ ਨਹਾ ਕੇ ਆਪਣੀ ਪਤਨੀ ਦੇ ਨਾਲ ਬੈਠ ਕੇ ਰਾਤ ਨੂੰ ਖਾਣਾ ਖਾਂਦਾ। ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਮੇਰੀ ਪਤਨੀ ਮੇਰੇ ਨਾਲ ਤਾਂ ਬੈਠੀ ਰਹਿੰਦੀ ਪਰ ਖਾਣਾ ਨਹੀਂ ਖਾਂਦੀ। ਜਦੋਂ ਮੈਂ ਉਸ ਨੂੰ ਖਾਣਾ ਖਾਣ ਦੇ ਲਈ ਕਹਿੰਦਾ ਤਾਂ ਉਹ ਮੈਨੂੰ ਕਹਿੰਦੀ ਕਿ ਮੈਂ ਆਪਣੇ ਲਈ ਪੀਜ਼ਾ ਮੰਗਵਾਇਆ ਹੈ, ਕੁਝ ਹੀ ਦੇਰ ਵਿੱਚ ਡਿਲੀਵਰੀ ਵਾਲਾ ਮੁੰਡਾ ਦੇ ਕੇ ਜਾਵੇਗਾ, ਮੈਂ ਉਹੀ ਖਾਵਾਂਗੀ। ਖਾਣਾ ਖਾਣ ਤੋਂ ਬਾਅਦ ਹੀ ਮੈਨੂੰ ਤੁਰੰਤ ਨੀਂਦ ਆ ਜਾਂਦੀ। ਮੇਰੇ ਸੌਣ ਤੋਂ ਬਾਅਦ ਹੀ ਉਹ ਡਿਲੀਵਰੀ ਬੁਆਏ ਮੇਰੀ ਪਤਨੀ ਨੂੰ ਪੀਜ਼ਾ ਦੇਣ ਆਉਂਦਾ ਸੀ। ਹੁਣ ਇਹ ਕੰਮ ਰੋਜ਼ ਹੀ ਹੋਣ ਲੱਗਿਆ ਸੀ। ਮੈਂ ਇਹ ਸੋਚ ਕੇ ਹੈਰਾਨ ਸੀ ਕਿ ਪਤਾ ਨਹੀਂ ਕਿਉਂ ਉਹ ਡਿਲੀਵਰੀ ਬੁਆਏ ਰੋਜ਼ ਮੇਰੇ ਸੌਣ ਤੋਂ ਬਾਅਦ ਹੀ ਪੀਜ਼ਾ ਦੇਣ ਕਿਉਂ ਆਉਂਦਾ ਹੈ। ਮੈਨੂੰ ਆਪਣੀ ਪਤਨੀ 'ਤੇ ਸ਼ੱਕ ਹੋਣ ਲੱਗਿਆ। ਇੱਕ ਰਾਤ ਮੈਂ ਸੁੱਤਾ ਨਹੀਂ ਤੇ ਸੌਣ ਦਾ ਨਾਟਕ ਕਰਨ ਲੱਗਾ। ਮੇਰੀ ਪਤਨੀ ਉਸ ਨੂੰ ਸਾਡੇ ਕਮਰੇ ਵਿੱਚ ਲੈ ਆਈ। ਉਹ ਦੋਵੇਂ ਹੀ ਇੱਕ ਸੋਫੇ 'ਤੇ ਬੈਠ ਗਏ। ਉਸ ਦੇ ਬਾਅਦ ਮੇਰੀਆਂ ਅੱਖਾਂ ਨੇ ਜੋ ਮੰਜ਼ਰ ਦੇਖਿਆ ਉਹ ਸ਼ਰਮਨਾਕ ਸੀ, ਕਿਸੇ ਨੂੰ ਦੱਸਣ ਦੇ ਲਾਇਕ ਵੀ ਨਹੀਂ ਸੀ। ਮੇਰੀਆਂ ਬੰਦ ਅੱਖਾਂ ਵਿੱਚ ਵੀ ਹੰਝੂ ਵਹਿ ਰਹੇ ਸੀ। ਇਹ ਦੇਖ ਕੇ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਜਦੋਂ ਮੇਰੀ ਪਤਨੀ ਨੇ ਉਸ ਦਾ ਹੱਥ ਫੜਿਆ, ਮੈਨੂੰ ਆਪਣੀ ਪਤਨੀ 'ਤੇ ਯਕੀਨ ਨਹੀਂ ਆ ਰਿਹਾ ਸੀ ਕਿ ਇਹ ਕੀ ਦੇਖ ਰਿਹਾ। ਮੇਰੀ ਪਤਨੀ ਰਾਤ ਦੇ ਸਮੇਂ ਸਾਡੇ ਹੀ ਕਮਰੇ ਵਿੱਚ ਮੇਰੀ ਮੌਜੂਦਗੀ ਵਿੱਚ ਇਹ ਕੀ ਕਰ ਰਹੀ ਆ। ਮੇਰਾ ਪੂਰਾ ਸਰੀਰ ਠੰਡਾ ਪੈ ਗਿਆ। ਇੱਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਮੇਰੇ ਸਰੀਰ 'ਚੋਂ ਜਾਨ ਕੱਢ ਲਈ ਹੋਵੇ। ਪਰ ਮੈਂ ਹੁਣ ਚੁੱਪਚਾਪ ਉਹਨਾਂ ਨੂੰ ਅੱਖਾਂ ਬੰਦ ਕਰਕੇ ਦੇਖਦਾ ਰਿਹਾ ਤੇ ਉੱਥੇ ਲੇਟਿਆ ਰਿਹਾ। ਪਰ ਕਦੇ-ਕਦੇ ਅੱਖਾਂ ਦਾ ਦੇਖਿਆ ਤੇ ਕੰਨਾਂ ਦਾ ਸੁਣਿਆ ਸੱਚ ਨਹੀਂ ਹੁੰਦਾ, ਬਲਕਿ ਸੱਚ ਤਾਂ ਉਹ ਹੁੰਦਾ ਜੋ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ। ਮੇਰੇ ਨਾਲ ਵੀ ਇੱਦਾਂ ਹੀ ਹੋਇਆ। ਮੈਂ ਨਹੀਂ ਜਾਣਦਾ ਸੀ ਕਿ ਮੇਰੀ ਪਿੱਠ ਪਿੱਛੇ ਮੇਰੀ ਪਤਨੀ ਮੈਨੂੰ ਕਦੋਂ ਤੋਂ ਧੋਖਾ ਦੇ ਰਹੀ ਹੈ, ਪਰ ਮੈਂ ਆਪਣੀ ਪਤਨੀ ਦੀ ਆਖਰੀ ਹੱਦ ਦੇਖਣਾ ਚਾਹੁੰਦਾ ਸੀ। ਮੇਰੀ ਪਤਨੀ ਮੈਨੂੰ ਸੁੱਤਾ ਹੋਇਆ ਸਮਝ ਕੇ ਮੇਰੀ ਮੌਜੂਦਗੀ ਵਿੱਚ ਕਿਸੇ ਗੈਰ ਮੁੰਡੇ ਦੇ ਨਾਲ ਬੈਠੀ ਹੋਈ ਸੀ। ਉਹ ਦੋਵੇਂ ਮੇਰੇ ਸਾਹਮਣੇ ਸੋਫੇ 'ਤੇ ਇਕੱਠੇ ਬੈਠੇ ਸੀ ਤੇ ਜੋ ਕਰ ਰਹੇ ਸੀ ਉਹ ਸਭ ਦੇਖ ਕੇ ਮੈਂ ਸ਼ਰਮ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ। ਮੈਂ ਇਸ ਕਦਰ ਆਪਣੀ ਪਤਨੀ 'ਤੇ ਭਰੋਸਾ ਕਰਦਾ ਸੀ, ਪਰ ਉਸਨੇ ਬਦਲੇ ਵਿੱਚ ਮੇਰੇ ਨਾਲ ਕੀ ਕੀਤਾ। ਮੇਰੀ ਪੂਰੀ ਰਾਤ ਅੰਗਿਆਰਿਆਂ 'ਤੇ ਲੇਟ ਕੇ ਗੁਜ਼ਰੀ ਸੀ। ਉਹ ਮੁੰਡਾ ਕੁਝ ਸਮਾਂ ਮੇਰੀ ਪਤਨੀ ਦੇ ਨਾਲ ਗੁਜ਼ਾਰ ਕੇ ਵਾਪਸ ਚਲਾ ਗਿਆ, ਪਰ ਜਾਂਦੇ-ਜਾਂਦੇ ਮੇਰੇ ਜੀਵਨ ਦਾ ਸਕੂਨ ਵੀ ਆਪਣੇ ਨਾਲ ਲੈ ਗਿਆ। ਮੈਂ ਪੂਰੀ ਸੱਚਾਈ ਜਾਣਨ ਤੋਂ ਬਾਅਦ ਹੀ ਆਪਣੀ ਪਤਨੀ ਨੂੰ ਰੰਗੇ ਹੱਥ ਫੜਨਾ ਚਾਹੁੰਦਾ ਸੀ। ਉਸਨੇ ਮੇਰੀ ਪਿੱਠ 'ਤੇ ਛੁਰਾ ਮਾਰਿਆ ਸੀ। ਦੁਨੀਆ ਵਾਲੇ ਉਸ ਨੂੰ ਬਹੁਤ ਚੰਗਾ ਤੇ ਸ਼ਰੀਫ ਸਮਝਦੇ ਸੀ, ਇਸ ਲਈ ਉਸ ਨੂੰ ਗਲਤ ਸਾਬਤ ਕਰਨ ਲਈ ਮੇਰੇ ਕੋਲ ਕਿਸੇ ਸਬੂਤ ਦਾ ਹੋਣਾ ਜ਼ਰੂਰੀ ਸੀ। ਉਸ ਸਮੇਂ ਮੈਂ ਉਸ ਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਉਸ ਦੀ ਸੱਚਾਈ ਜਾਣ ਚੁੱਕੀ ਹਾਂ। ਇਸ ਲਈ ਮੈਂ ਉਸ ਦੇ ਸਾਹਮਣੇ ਸੌਣ ਦਾ ਨਾਟਕ ਕੀਤਾ ਤੇ ਹਰ ਰੋਜ਼ ਦੀ ਤਰ੍ਹਾਂ ਸਵੇਰੇ ਉਵੇਂ ਹੀ ਉੱਠਿਆ। ਪਰ ਅੱਜ ਦੀ ਸਵੇਰ ਮੇਰੇ ਲਈ ਬਹੁਤ ਅਲੱਗ ਸੀ, ਕਿਉਂਕਿ ਹੁਣ ਕੁਝ ਵੀ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਵਰਗਾ ਨਹੀਂ ਰਿਹਾ ਸੀ। ਮੇਰੀ ਜਾਨ ਤੋਂ ਪਿਆਰੀ ਪਤਨੀ ਖੁਸ਼ੀ ਨਾਲ ਫੈਲ ਜਾਂਦੀ ਸੀ। ਅੱਜ ਉਸ ਨੂੰ ਦੇਖ ਕੇ ਮੈਨੂੰ ਨਫ਼ਰਤ ਆ ਰਹੀ ਸੀ। ਅੱਜ ਜਦੋਂ ਉਹ ਮੇਰੇ ਕੋਲ ਆਈ ਤਾਂ ਮੈਂ ਉਸ ਨੂੰ ਖੁਦ ਤੋਂ ਦੂਰ ਕਰ ਦਿੱਤਾ। ਮੈਂ ਨਹਾਉਣ ਲਈ ਬਾਥਰੂਮ ਵਿੱਚ ਚਲਿਆ ਗਿਆ। ਕੱਲ੍ਹ ਰਾਤ ਮੇਰੇ ਤੋਂ ਜੋ ਕਿਆਮਤ ਟੁੱਟੀ ਸੀ, ਉਸ ਦੀ ਵਜ੍ਹਾ ਨਾਲ ਹੁਣ ਸਾਡਾ ਰਿਸ਼ਤਾ ਪਹਿਲਾਂ ਵਰਗਾ ਕਦੇ ਨਹੀਂ ਹੋ ਸਕਦਾ ਸੀ। ਮੈਂ ਨਹਾ ਕੇ ਜਦੋਂ ਬਾਹਰ ਨਿਕਲਿਆ ਤਾਂ ਪੂਜਾ ਮੇਰੇ ਇੰਤਜ਼ਾਰ ਵਿੱਚ ਬੈਠੀ ਸੀ। ਮੈਨੂੰ ਵੇਖ ਕੇ ਕਹਿਣ ਲੱਗੀ ਕਿ ਅੱਜ ਆਫਿਸ ਤੋਂ ਜਲਦੀ ਆ ਜਾਓਗੇ, ਅਸੀਂ ਘੁੰਮਣ ਲਈ ਬਾਹਰ ਚੱਲਾਂਗੇ। ਪਰ ਅੱਜ ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਮੇਰਾ ਕਿਤੇ ਜਾਣ ਦਾ ਕੋਈ ਇਰਾਦਾ ਨਹੀਂ। ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਉਸ ਤੋਂ ਪੁੱਛਾਂ ਆਖਿਰ ਉਸਨੇ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਕੀਤਾ, ਪਰ ਮੈਂ ਜਲਦਬਾਜ਼ੀ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਸੀ ਜਿਸ ਨਾਲ ਕੁਝ ਗਲਤ ਹੋ ਜਾਵੇ। ਇਸ ਲਈ ਮੈਂ ਉਸ ਦੇ ਚਿਹਰੇ ਵੱਲ ਨਹੀਂ ਦੇਖਿਆ, ਕਿਉਂਕਿ ਅੱਜ ਉਹ ਮੈਨੂੰ ਬਹੁਤ ਬੁਰੀ ਲੱਗ ਰਹੀ ਸੀ। ਮੇਰਾ ਬਦਲਿਆ ਰੂਪ ਦੇਖ ਕੇ ਉਸ ਨੂੰ ਕੁਝ ਸਮਝ ਨਹੀਂ ਆਇਆ, ਕਿਉਂਕਿ ਕੱਲ੍ਹ ਰਾਤ ਤੱਕ ਸਾਡੇ ਦੋਨਾਂ ਵਿਚਾਲੇ ਸਭ ਕੁਝ ਠੀਕ-ਠਾਕ ਸੀ। ਇਸ ਲਈ ਉਹ ਜਾਣ ਨਹੀਂ ਸਕੀ ਮੇਰਾ ਇਹ ਵਰਤਾਓ ਅਚਾਨਕ ਕਿਉਂ ਬਦਲ ਗਿਆ। ਉਹ ਇਹ ਗੱਲ ਨਹੀਂ ਜਾਣਦੀ ਸੀ ਕਿ ਕੱਲ੍ਹ ਰਾਤ ਨੂੰ ਮੈਂ ਸੁੱਤਾ ਨਹੀਂ, ਸਗੋਂ ਜਾਗ ਰਿਹਾ ਸੀ। ਅਸੀਂ ਅਕਸਰ ਹੀ ਬਾਹਰ ਘੁੰਮਣ ਜਾਇਆ ਕਰਦੇ ਸੀ। ਜਦੋਂ ਵੀ ਉਹ ਕੋਈ ਫਰਮਾਇਸ਼ ਕਰਦੀ ਮੈਂ ਤੁਰੰਤ ਪੂਰੀ ਕਰ ਦਿੰਦਾ, ਪਰ ਕੱਲ੍ਹ ਰਾਤ ਸਭ ਕੁਝ ਬਦਲ ਗਿਆ ਸੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਦੇਰ ਹੋ ਰਹੀ ਆ, ਆਫਿਸ ਲਈ ਨਿਕਲਣਾ ਹੈ। ਮੈਂ ਬਹੁਤ ਹੀ ਰੁੱਖੇ ਅੰਦਾਜ਼ ਵਿੱਚ ਉਸ ਨੂੰ ਵਾਏ ਕਹਿ ਕੇ ਘਰ ਤੋਂ ਨਿਕਲ ਗਿਆ, ਵਰਨਾ ਅੱਜ ਤੋਂ ਪਹਿਲਾਂ
ਮੈਂ ਆਫਿਸ ਜਾਣ ਤੋਂ ਪਹਿਲਾਂ ਉਸ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਸੀ, ਪਰ ਅੱਜ ਮੇਰਾ ਦਿਲ ਨਹੀਂ ਚਾਹ ਰਿਹਾ ਸੀ। ਰਾਤ ਵਾਲਾ ਨਜ਼ਾਰਾ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਮੇਰੀ ਮੁਹੱਬਤ ਵਿੱਚ ਅਖੀਰ ਅਜਿਹੀ ਕਿਹੜੀ ਕਮੀ ਰਹਿ ਗਈ ਜੋ ਪੂਜਾ ਇਸ ਹੱਦ ਤੱਕ ਡਿੱਗ ਗਈ। ਉਸ ਨੂੰ ਸਾਡੇ ਰਿਸ਼ਤੇ ਵੀ ਖਿਆਲ ਨਹੀਂ ਆਇਆ। ਮੈਂ ਬਹੁਤ ਹੀ ਗੁੱਸੇ ਵਿੱਚ ਬਹੁਤ ਤੇਜ਼ ਗੱਡੀ ਚਲਾਉਂਦਾ ਹੋਇਆ ਆਫਿਸ ਪਹੁੰਚਿਆ। ਆਫਿਸ ਪਹੁੰਚਣ ਦੇ ਬਾਅਦ ਵੀ ਮੇਰੇ ਦਿਮਾਗ ਤੋਂ ਰਾਤ ਵਾਲੀ ਗੱਲ ਨਹੀਂ ਨਿਕਲ ਰਹੀ ਸੀ। ਮੈਂ ਆਪਣੀ ਅਸਿਸਟੈਂਟ ਨੂੰ ਕਿਹਾ ਕਿ ਅੱਜ ਦੀ ਸਾਰੀ ਮੀਟਿੰਗਸ ਕੈਂਸਲ ਕਰ ਦਿਓ, ਮੇਰੀ ਤਬੀਅਤ ਠੀਕ ਨਹੀਂ ਹੈ। ਹੁਣ ਮੈਂ ਇਹੀ ਸੋਚ ਰਿਹਾ ਸੀ ਕਿ ਮੈਨੂੰ ਅੱਗੇ ਕੀ ਕਰਨਾ ਹੈ, ਕਿਸ ਤਰੀਕੇ ਨਾਲ ਸਭ ਦੇ ਸਾਹਮਣੇ ਸੱਚ ਲਿਆਉਣਾ ਹੈ, ਕਿਉਂਕਿ ਮੇਰੀ ਮਾਂ ਮੇਰੀ ਪਤਨੀ ਨਾਲ ਬਹੁਤ ਮੁਹੱਬਤ ਕਰਦੀ ਸੀ, ਇਸ ਲਈ ਉਹ ਮੇਰੀ ਗੱਲ 'ਤੇ ਕਦੇ ਵੀ ਭਰੋਸਾ ਨਹੀਂ ਕਰਦੀ। ਮੈਂ ਅਜੀਬ ਉਲਝਣ ਵਿੱਚ ਫਸ ਗਿਆ ਸੀ। ਮੈਨੂੰ ਕਿਸੇ ਵੀ ਤਰੀਕੇ ਆਪਣੀ ਮਾਂ ਦੇ ਸਾਹਮਣੇ ਵਾਲੇ ਆਪਣੀ ਪਤਨੀ ਦੇ ਮੂੰਹੋਂ ਸਾਰਾ ਸੱਚ ਉਗਲਵਾਉਣਾ ਸੀ। ਪਤਨੀ ਪੂਜਾ ਮੇਰੀ ਮਾਂ ਦੀ ਪਸੰਦ ਕਰਕੇ ਹੀ ਮੇਰੀ ਜ਼ਿੰਦਗੀ ਵਿੱਚ ਆਈ ਸੀ। ਉਹ ਉਹਨਾਂ ਦੀ ਕਿਸੇ ਦੋਸਤ ਦੀ ਧੀ ਸੀ ਅਤੇ ਉਹਨਾਂ ਨੂੰ ਜਾਣ ਤੋਂ ਵੀ ਜ਼ਿਆਦਾ ਪਿਆਰੀ ਸੀ। ਵਿਆਹ ਦੇ ਬਾਅਦ ਤਾਂ ਮੈਂ ਵੀ ਪੂਜਾ ਨਾਲ ਮੁਹੱਬਤ ਕਰਨ ਲੱਗਾ ਸੀ, ਪਰ ਹੁਣ ਮੈਨੂੰ ਇਹ ਪਤਾ ਚੱਲ ਗਿਆ ਸੀ ਕਿ ਮੁਹੱਬਤ ਸਿਰਫ ਇੱਕ ਤਰਫਾ ਹੈ। ਪੂਜਾ ਦਾ ਮੇਰੇ ਨਾਲ ਮੁਹੱਬਤ ਕਰਨਾ, ਮੇਰਾ ਖਿਆਲ ਰੱਖਣਾ, ਮੇਰੇ ਅੱਗੇ ਪਿੱਛੇ ਘੁੰਮਣਾ, ਉਹ ਸਿਰਫ ਇੱਕ ਧੋਖਾ ਤੇ ਫਰੇਬ ਸੀ। ਹੁਣ ਜਾ ਕੇ ਮੈਨੂੰ ਇਹ ਗੱਲ ਸਮਝ ਆ ਗਈ ਸੀ। ਮੇਰਾ ਨਾਮ ਗੌਰਵ ਹੈ। ਜਦੋਂ ਮੈਂ 25 ਸਾਲ ਦਾ ਨੌਜਵਾਨ ਸੀ, ਤਦ ਇੱਕ ਦਿਨ ਅਚਾਨਕ ਹੀ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ, ਪੁੱਤਰ, ਜੇਕਰ ਤੂੰ ਮੇਰੇ ਨਾਲ ਮੁਹੱਬਤ ਕਰਦਾ ਤਾਂ ਬਿਨਾਂ ਕੋਈ ਸਵਾਲ ਕੀਤੇ ਮੇਰੇ ਫੈਸਲੇ ਨੂੰ ਮੰਨਣਾ ਪਵੇਗਾ। ਮੈਂ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਮੁਹੱਬਤ ਕਰਦਾ ਸੀ, ਕਿਉਂਕਿ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਹੀ ਬਹੁਤ ਮਿਹਨਤ ਨਾਲ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਮੇਰੇ ਲਈ ਉਹ ਮੇਰਾ ਪਿਤਾ ਵੀ ਸੀ ਤੇ ਮੇਰੀ ਮਾਂ ਵੀ। ਮੈਂ ਆਪਣੀ ਮਾਂ ਦੇ ਕਿਸੇ ਵੀ ਫੈਸਲੇ ਦੇ ਖਿਲਾਫ ਜਾਣ ਦਾ ਸੋਚ ਵੀ ਨਹੀਂ ਸਕਦਾ ਸੀ। ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ। ਮਾਂ ਕਹਿਣ ਲੱਗੀ ਕਿ ਉਹਨਾਂ ਨੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਹੈ ਤੇ ਫਿਰ 1 ਹਫ਼ਤੇ ਬਾਅਦ ਹੀ ਮੇਰਾ ਵਿਆਹ ਹੈ। ਮਾਂ ਦੀ ਗੱਲ ਸੁਣ ਕੇ ਮੈਨੂੰ ਝਟਕਾ ਲੱਗਾ। ਮੈਂ ਕੁਝ ਦੇਰ ਚੁੱਪ ਖੜਾ ਰਿਹਾ ਤੇ ਸੋਚਣ ਲੱਗਾ ਕਿ ਇੰਨੀ ਜਲਦੀ ਮਾਂ ਨੂੰ ਕੁੜੀ ਕਿੱਥੋਂ ਮਿਲ ਗਈ ਤੇ ਉਹਨਾਂ ਨੇ ਮੈਨੂੰ ਬਿਨਾਂ ਦੱਸੇ ਹੀ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਮੇਰੀ ਅਤੇ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਇੱਕ ਦੂਜੇ ਦੇ ਇਲਾਵਾ ਹੋਰ ਕੋਈ ਨਹੀਂ ਸੀ, ਪਰ ਫਿਰ ਵੀ ਮਾਂ ਨੇ ਮੈਨੂੰ ਆਪਣੇ ਹੀ ਆਪ ਹੀ ਦੱਸਿਆ ਸੀ ਕਿ ਉਹਨਾਂ ਦੀ ਦੋਸਤ ਦੀ ਬੇਟੀ ਹੈ, ਬਹੁਤ ਹੀ ਚੰਗੀ ਕੁੜੀ ਆ। ਅੱਜ ਤੱਕ ਮੈਂ ਆਪਣੀ ਮਾਂ ਦੀ ਕਿਸੇ ਵੀ ਦੋਸਤ ਬਾਰੇ ਨਹੀਂ ਸੁਣਿਆ ਸੀ। ਅੱਜ ਅਚਾਨਕ ਹੀ ਮਾਂ ਮੈਨੂੰ ਆਪਣੇ ਬਚਪਨ ਦੀ ਦੋਸਤ ਦੀਆਂ ਗੱਲਾਂ ਦੱਸਣ ਲੱਗੀ। ਮੇਰੇ ਲਈ ਇਹ ਬਹੁਤ ਹੀ ਅਜੀਬ ਸੀ। ਮਾਂ ਦੀ ਇਹ ਦੋਸਤ ਉਹਨਾਂ ਦੇ ਪੁਰਾਣੇ ਸਮੇਂ ਦੀ ਸਾਥੀ ਸੀ। ਅੱਜ ਬਹੁਤ ਸਮੇਂ ਬਾਅਦ ਮਾਂ ਦੀ ਉਸ ਨਾਲ ਮੁਲਾਕਾਤ ਹੋਈ ਸੀ। ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਇੰਨੇ ਸਮੇਂ ਬਾਅਦ ਮਾਂ ਨੂੰ ਉਹਨਾਂ ਦੀ ਦੋਸਤ ਮਿਲੀ ਤੇ ਮਾਂ ਨੇ ਉਹਨਾਂ ਦੀ ਧੀ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਮੈਂ ਆਪਣੀ ਮਾਂ ਵੱਲੋਂ ਕਿਹਾ ਕਿ ਵਿਆਹ ਲਈ ਕੁਝ ਸਮਾਂ ਲੈ ਲੈਂਦੇ ਹਾਂ, ਪਰ ਮਾਂ ਨੇ ਮੇਰੀ ਗੱਲ ਨਹੀਂ ਸੁਣੀ। ਮੇਰੇ ਵਿਆਹ ਉੱਤੇ ਇੰਨਾ ਜ਼ੋਰ ਦਿੱਤਾ ਕਿ ਬਿਨਾਂ ਦੇਖੇ ਹੀ ਵਿਆਹ ਲਈ ਹਾਂ ਕਰ ਦਿੱਤੀ ਅਤੇ ਫਿਰ ਸਾਡਾ ਵਿਆਹ ਹੋ ਗਿਆ। ਉਹ ਮੇਰੀ ਪਤਨੀ ਬਣ ਕੇ ਮੇਰੇ ਘਰ ਆ ਗਈ। ਵਿਆਹ ਦੀ ਰਾਤ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਬਹੁਤ ਜ਼ਿਆਦਾ ਖੂਬਸੂਰਤ ਵੀ ਨਹੀਂ ਸੀ। ਮੈਨੂੰ ਉਸ ਵਿੱਚ ਕੋਈ ਵੀ ਅਜਿਹੀ ਖਾਸ ਗੱਲ ਨਜ਼ਰ ਨਹੀਂ ਆਈ। ਮਾਂ ਨੇ ਉਸ ਨੂੰ ਇੰਨੀ ਜਲਦੀ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਕਰ ਦਿੱਤਾ। ਮਾਂ ਦੀ ਦੋਸਤ ਬਹੁਤ ਜ਼ਿਆਦਾ ਬਿਮਾਰ ਸੀ, ਇਸ ਲਈ ਉਹ ਚਾਹੁੰਦੀ ਸੀ ਕਿ ਉਸ ਦੇ ਜਿਉਂਦੇ ਜੀ ਉਸ ਦੀ ਧੀ ਦਾ ਵਿਆਹ ਹੋ ਜਾਵੇ। ਮਾਂ ਨੇ ਆਪਣੀ ਦੋਸਤ ਦੀ ਆਖਰੀ ਖੁਆਇਸ਼ ਪੂਰੀ ਕਰਨ ਲਈ ਮੇਰਾ ਤੇ ਮੇਰੀ ਪੂਜਾ ਦਾ ਵਿਆਹ ਕਰਵਾ ਦਿੱਤਾ, ਪਰ ਸ਼ਾਇਦ ਉਹਨਾਂ ਦੀ ਜਲਦ ਦੀ ਅਸਲ ਵਜ੍ਹਾ ਕੁਝ ਹੋਰ ਹੀ ਸੀ, ਜਿਸ ਵਜ੍ਹਾ ਕਰਕੇ ਹੀ 1 ਹਫ਼ਤੇ ਦੇ ਅੰਦਰ ਅੰਦਰ ਉਸ ਦੀ ਮਾਂ ਨੇ ਉਸ ਦਾ ਵਿਆਹ ਕਰਵਾ ਦਿੱਤਾ। ਉਹ ਵਜ੍ਹਾ ਮੈਨੂੰ ਹੁਣ ਸਮਝ ਆ ਰਹੀ ਸੀ। ਮੇਰੀ ਪਤਨੀ ਜੇਕਰ ਮੇਰੇ ਘਰ ਵਿੱਚ ਇੰਨਾ ਕੁਝ ਕਰ ਸਕਦੀ ਸੀ ਤਾਂ ਆਪਣੀ ਮਾਂ ਦੇ ਘਰ ਵਿੱਚ ਕੀ ਕੁਝ ਨਹੀਂ ਕਰਦੀ ਹੋਵੇਗੀ। ਉੱਥੇ ਉਂਝ ਵੀ ਇਕੱਲੀ ਸੀ। ਪੂਜਾ ਦੇ ਘਰ ਵਿੱਚ ਸਿਰਫ ਉਸ ਦੀ ਮਾਂ ਹੀ ਸੀ, ਉਹ ਵੀ ਮੇਰੀ ਤਰ੍ਹਾਂ ਇਕਲੌਤੀ ਸੀ। ਪੂਜਾ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਦੇਹਾਂਤ ਉਸ ਸਮੇਂ ਹੋਇਆ ਜਦੋਂ ਉਹ 5 ਸਾਲ ਦੀ ਸੀ। ਮੈਂ ਪੂਜਾ ਨਾਲ ਮੁਹੱਬਤ ਅਤੇ ਇਮਾਨਦਾਰੀ ਨਾਲ ਆਪਣੇ ਰਿਸ਼ਤੇ ਦੀ ਸ਼ੁਰੂਆਤ ਕੀਤੀ। ਉਹ ਹਮੇਸ਼ਾ ਮੇਰੀ ਮਾਂ ਦਾ ਬਹੁਤ ਖਿਆਲ ਰੱਖਦੀ। ਉਸਨੇ ਸਾਡੇ ਘਰ ਦੀ ਪੂਰੀ ਜ਼ਿੰਮੇਵਾਰੀ ਸਾਂਭ ਲਈ ਸੀ। ਉਸ ਦੇ ਆਉਣ ਦੇ ਬਾਅਦ ਮੇਰੀ ਮਾਂ ਨੂੰ ਜੋ ਧੀ ਦੀ ਕਮੀ ਮਹਿਸੂਸ ਹੁੰਦੀ ਸੀ ਉਹ ਪੂਰੀ ਹੋ ਗਈ ਸੀ। ਪੂਜਾ ਨੇ ਮੇਰੀ ਮਾਂ ਦਾ ਦਿਲ ਇੱਦਾਂ ਜਿੱਤ ਲਿਆ ਸੀ ਕਿ ਉਹ ਦਿਨ ਰਾਤ ਸਿਰਫ ਉਸੇ ਤਾਰੀਫ ਦੇ ਗੁਣ ਗਾਉਂਦੀ ਰਹਿੰਦੀ ਸੀ। ਮੈਨੂੰ ਵੀ ਇਹ ਵੇਖ ਕੇ ਬੜੀ ਖੁਸ਼ੀ ਹੁੰਦੀ ਕਿ ਮੇਰੀ ਪਤਨੀ ਨੇ ਬਹੁਤ ਚੰਗੇ ਤਰੀਕੇ ਨਾਲ ਸਾਡੀ ਜ਼ਿੰਦਗੀ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।
ਪਰ ਹੁਣ ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ, ਕਿਉਂਕਿ ਮੈਂ ਚਾਹ ਕੇ ਵੀ ਆਪਣੀ ਮਾਂ ਸਾਹਮਣੇ ਉਸ ਦੀ ਬੁਰਾਈ ਨਹੀਂ ਕਰ ਸਕਦਾ ਸੀ, ਜਦ ਕਿ ਉਹ ਮੇਰੇ ਨਾਲ ਗਲਤ ਕਰ ਰਹੀ ਸੀ। ਜੇਕਰ ਮੈਂ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਉਹਨਾਂ ਦੀ ਨੂੰਹ ਨੂੰ ਅੱਧੀ ਰਾਤ ਨੂੰ ਕਿਸ ਹਾਲਤ ਵਿੱਚ ਦੇਖਿਆ ਹੈ, ਤਾਂ ਸ਼ਾਇਦ ਉਹ ਮੇਰੇ ਮੂੰਹ 'ਤੇ ਥੱਪੜ ਮਾਰ ਦਿੰਦੀ। ਮੇਰਾ ਦਿਲ ਬਹੁਤ ਦੁਖੀ ਹੋ ਰਿਹਾ ਸੀ। ਉਹ ਸਮਾਂ ਮੈਨੂੰ ਹੁਣ ਵੀ ਯਾਦ ਸੀ ਜਦੋਂ ਉਹ ਮੇਰੇ ਸਾਹਮਣੇ ਕਿਸੇ ਗੈਰ ਮਰਦ ਦੇ ਨਾਲ ਸੋਫੇ ਉੱਤੇ ਬੈਠੀ ਸੀ। ਹੁਣ ਮੈਨੂੰ ਸਮਝ ਵਿੱਚ ਆ ਰਿਹਾ ਸੀ ਕਿ ਉਹ ਆਪਣੇ ਪੇਕੇ ਕਿਉਂ ਨਹੀਂ ਜਾਣਾ ਚਾਹੁੰਦੀ। ਵਿਆਹ ਦੇ ਬਾਅਦ ਪੂਜਾ ਬਹੁਤ ਘੱਟ ਤੇ ਬਹੁਤ ਮੁਸ਼ਕਲ ਨਾਲ ਹੀ ਆਪਣੇ ਪੇਕੇ ਘਰ ਜਾਂਦੀ ਸੀ। ਉਸ ਦੀ ਮਾਂ ਬਾਰ-ਬਾਰ ਫੋਨ ਕਰਕੇ ਮੈਨੂੰ ਕਹਿੰਦੀ ਕਿ ਉਹਨਾਂ ਨੂੰ ਆਪਣੀ ਧੀ ਦੀ ਬਹੁਤ ਯਾਦ ਆ ਰਹੀ ਆ, ਉਸ ਨੂੰ ਮੇਰੇ ਨਾਲ ਮਿਲਵਾਉਣ ਲੈ ਆਓ। ਪਰ ਮੈਂ ਜਦੋਂ ਵੀ ਪੂਜਾ ਨੂੰ ਕਹਿੰਦਾ ਕਿ ਤੁਹਾਡੀ ਮਾਂ ਨੂੰ ਮਿਲਣ ਜਾਣਾ ਹੈ, ਤਾਂ ਉਹ ਮਨਾ ਕਰ ਦਿੰਦੀ। ਹਮੇਸ਼ਾ ਉਸ ਕੋਲ ਕੋਈ ਨਾ ਕੋਈ ਬਹਾਨਾ ਹੁੰਦਾ। ਕਦੇ-ਕਦੇ ਮੈਂ ਸੋਚਦਾ ਕਿ ਕੋਈ ਧੀ ਆਪਣੀ ਮਾਂ ਨਾਲ ਮਿਲਣ ਲਈ ਕਿਵੇਂ ਮਨਾ ਕਰ ਸਕਦੀ ਆ। ਬੇਟੀਆਂ ਤਾਂ ਵਿਆਹ ਦੇ ਬਾਅਦ ਆਪਣੇ ਮਾਂ-ਬਾਪ ਨੂੰ ਮਿਲਣ ਦੇ ਬਹਾਨੇ ਲੱਭਦੀਆਂ ਹਨ, ਪਰ ਪੂਜਾ ਹਮੇਸ਼ਾ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਬਣਾ ਕੇ ਕਹਿ ਦਿੰਦੀ ਸੀ ਕਿ ਮੈਂ ਬਾਅਦ ਵਿੱਚ ਚਲੀ ਜਾਵਾਂਗੀ, ਤੇ ਇਸ ਗੱਲ ਨੂੰ ਇੰਝ ਹੀ ਹਫ਼ਤਾ ਗੁਜ਼ਰ ਜਾਂਦਾ। ਜਦੋਂ ਉਸ ਦੀ ਮਾਂ ਬਹੁਤ ਜ਼ਿਆਦਾ ਫੋਨ ਕਰਕੇ ਮੈਨੂੰ ਕਹਿੰਦੀ, ਤਾਂ ਮੈਂ ਜ਼ਬਰਦਸਤੀ ਪੂਜਾ ਨੂੰ ਲੈ ਕੇ ਚਲਾ ਜਾਂਦਾ। ਉਹ ਥੋੜ੍ਹੀ ਹੀ ਦੇਰ ਵਿੱਚ ਆਪਣੀ ਮਾਂ ਨਾਲ ਮਿਲ ਕੇ ਵਾਪਸ ਦੀ ਜਿੱਦ ਕਰਨ ਲੱਗਦੀ। ਆਪਣੀ ਮਾਂ ਦੇ ਘਰ ਉਹਨਾਂ ਕੋਲ ਰਹਿਣ ਦਾ ਤਾਂ ਨਾਂ ਹੀ ਨਹੀਂ ਲੈਂਦੀ ਸੀ। ਪਰ ਉਸ ਸਮੇਂ ਮੈਂ ਸੋਚਦਾ ਸੀ ਸ਼ਾਇਦ ਉਸ ਨੂੰ ਆਪਣੇ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਖਿਆਲ ਹੈ, ਇਸ ਲਈ ਉਹ ਆਪਣੀ ਮਾਂ ਨੂੰ ਮਿਲਣ ਨਹੀਂ ਜਾਂਦੀ। ਪਰ ਅਸਲ ਵਜ੍ਹਾ ਮੈਨੂੰ ਹੁਣ ਸਮਝ ਆਈ ਸੀ ਕਿ ਮੇਰੇ ਘਰ ਵਿੱਚ ਉਸ ਦੀ ਅਯਾਸ਼ੀ ਸੌਖੀ ਤਰ੍ਹਾਂ ਪੂਰੀ ਹੋ ਰਹੀ ਸੀ। ਮੈਂ ਪੂਜਾ ਨੂੰ ਬਹੁਤ ਜ਼ਿਆਦਾ ਮੁਹੱਬਤ ਦਿੱਤੀ ਸੀ। ਆਪਣਾ ਪੂਰਾ ਘਰ ਉਸ ਦੇ ਹਵਾਲੇ ਕਰ ਦਿੱਤਾ ਸੀ। ਅੱਖਾਂ ਬੰਦ ਕਰਕੇ ਉਸ ਉੱਤੇ ਵਿਸ਼ਵਾਸ ਕਰਦਾ, ਪਰ ਉਸ ਨੇ ਮੇਰੇ ਇਸ ਭਰੋਸੇ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ। ਹੁਣ ਮੈਂ ਚਾਹੁੰਦਾ ਸੀ ਕਿ ਉਹ ਆਪਣੇ ਆਪ ਆਪਣੇ ਮੂੰਹੋਂ ਆਪਣੇ ਕਾਰਨਾਮੇ ਦੱਸੇ, ਤਾਂ ਕਿ ਮੈਂ ਉਸ ਨੂੰ ਆਪਣੀ ਜ਼ਿੰਦਗੀ ਤੋਂ ਹਮੇਸ਼ਾ ਲਈ ਕੱਢ ਦੇਵਾਂ। ਅੱਜ ਮੈਂ ਸਾਰਾ ਦਿਨ ਆਫਿਸ ਵਿੱਚ ਇਹੀ ਸਭ ਸੋਚਦਾ ਰਿਹਾ। ਸ਼ਾਮ ਨੂੰ ਜਦੋਂ ਮੈਂ ਆਫਿਸ ਤੋਂ ਘਰ ਵਾਪਸ ਆਇਆ ਤਾਂ ਮੇਰੇ ਦਿਲ ਵਿੱਚ ਪੂਜਾ ਲਈ ਸਿਰਫ ਅਤੇ ਸਿਰਫ ਨਫ਼ਰਤ ਸੀ। ਪੂਜਾ ਮੇਰੀ ਮਾਂ ਦੇ ਕਮਰੇ ਵਿੱਚ ਬੈਠੀ ਉਹਨਾਂ ਦਾ ਸਿਰ ਦਬਾ ਰਹੀ ਸੀ। ਮਾਂ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਆਜਾ ਪੁੱਤ, ਤੂੰ ਵੀ ਇੱਥੇ ਮੇਰੇ ਕੋਲ ਬੈਠ ਜਾ। ਤੇਰੀ ਪਤਨੀ ਸਾਰਾ ਦਿਨ ਮੇਰੀ ਸੇਵਾ ਵਿੱਚ ਲੱਗੀ ਰਹਿੰਦੀ ਆ। ਇੱਕ ਤੂੰ ਆ ਜੋ ਤੈਨੂੰ ਆਪਣੇ ਕੰਮਾਂ ਤੋਂ ਫੁਰਸਤ ਨਹੀਂ ਮਿਲਦੀ ਤੇ 2 ਘੜੀ ਵੀ ਮੇਰੇ ਕੋਲ ਆ ਕੇ ਨਹੀਂ ਬੈਠਦਾ। ਮੇਰੀ ਮਾਂ ਮੇਰੀ ਪਤਨੀ ਨੂੰ ਬਹੁਤ ਪਿਆਰ ਨਾਲ ਵੇਖ ਰਹੀ ਸੀ ਤੇ ਉਸ ਨੂੰ ਦੁਆਵਾਂ ਦੇ ਰਹੀ ਸੀ। ਇਹ ਸਭ ਦੇਖ ਕੇ ਪੂਜਾ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ, ਪਰ ਮੈਨੂੰ ਉਸ ਦਾ ਚਿਹਰਾ ਵੇਖਦੇ ਹੀ ਬਹੁਤ ਤੇਜ਼ ਗੁੱਸਾ ਆ ਗਿਆ। ਇੰਨੀ ਮਾਸੂਮ ਦਿਖਣ ਵਾਲੀ ਮੇਰੀ ਪਤਨੀ ਅੰਦਰ ਤੋਂ ਕਿਸ ਕਦਰ ਘਟੀਆ ਸੀ, ਇਹ ਸਿਰਫ ਮੈਂ ਹੀ ਜਾਣਦਾ ਸੀ। ਬਹੁਤ ਮੁਸ਼ਕਲ ਨਾਲ ਥੋੜ੍ਹੀ ਦੇਰ ਮੈਂ ਆਪਣੀ ਮਾਂ ਕੋਲ ਬੈਠਾ ਅਤੇ ਫਿਰ ਆਪਣੇ ਕਮਰੇ ਵਿੱਚ ਚਲਾ ਗਿਆ। ਪੂਜਾ ਵੀ ਮੇਰੇ ਪਿੱਛੇ ਮੇਰੇ ਲਈ ਚਾਹ ਲੈ ਕੇ ਆ ਗਈ। ਉਹ ਮੇਰੇ ਨਾਲ ਕੁਝ ਗੱਲਾਂ ਕਰਨਾ ਚਾਹੁੰਦੀ ਸੀ, ਪਰ ਅੱਜ ਉਸ ਨਾਲ ਗੱਲਾਂ ਕਰਨ ਦਾ ਬਿਲਕੁਲ ਵੀ ਮੂਡ ਨਹੀਂ ਸੀ। ਉਹ ਮੇਰੇ ਨਾਲ ਗੱਲਾਂ ਕਰਨ ਲੱਗੀ, ਪਰ ਮੈਂ ਅੱਖਾਂ ਬੰਦ ਕਰਕੇ ਲੇਟ ਗਿਆ, ਜਿਵੇਂ ਮੈਨੂੰ ਨੀਂਦ ਆ ਗਈ ਹੋਵੇ। ਉਹ ਮੇਰੇ ਸਿਰ ਉੱਤੇ ਹੱਥ ਰੱਖ ਕੇ ਦੇਖਣ ਲੱਗੀ ਕਿ ਮੇਰੀ ਤਬੀਅਤ ਠੀਕ ਹੈ ਜਾਂ ਨਹੀਂ। ਮੈਂ ਗੁੱਸੇ ਨਾਲ ਅੱਖਾਂ ਖੋਲ੍ਹ ਕੇ ਪੂਜਾ ਦਾ ਹੱਥ ਝਟਕ ਦਿੱਤਾ। ਮੈਂ ਉਸ ਨੂੰ ਕਿਹਾ, ਰੱਬ ਦੇ ਵਾਸਤੇ ਮੈਨੂੰ ਥੋੜ੍ਹੀ ਦੇਰ ਲਈ ਚੈਨ ਨਾਲ ਜੀਣ ਦਿਓ। ਵਿਆਹ ਤੋਂ 5 ਮਹੀਨੇ ਬਾਅਦ ਅੱਜ ਪਹਿਲੀ ਵਾਰ ਅਜਿਹਾ ਹੋਇਆ ਸੀ। ਅੱਜ ਵੀ ਪੂਜਾ ਨੇ ਮੇਰੇ ਲਈ ਨਵਾਂ ਸੂਟ ਪਾਇਆ ਤੇ ਮੇਰੇ ਲਈ ਮੇਰੀ ਪਸੰਦ ਦਾ ਖਾਣਾ ਬਣਾਇਆ ਸੀ, ਪਰ ਮੈਂ ਕੁਝ ਖਾਧੇ ਬਿਨਾਂ ਹੀ ਸੌਂ ਗਿਆ। ਪੂਜਾ ਦੇ ਬਾਰ-ਬਾਰ ਪੁੱਛਣ 'ਤੇ ਮੈਂ ਬਹੁਤ ਚੀਕ ਕੇ ਜਵਾਬ ਦਿੱਤਾ। ਤਦ ਉਹ ਡਰ ਕੇ ਪਿੱਛੇ ਹਟ ਗਈ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਹੁਣ ਉਸ ਦੇ ਮਗਰਮੱਛ ਦੇ ਹੰਝੂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਣ ਵਾਲਾ ਸੀ। ਮੈਂ ਪੂਜਾ ਨੂੰ ਕਿਹਾ ਕਿ ਅੱਜ ਰਾਤ ਮੈਨੂੰ ਇਕੱਲਾ ਛੱਡ ਦੇ। ਉਹ ਚੁੱਪਚਾਪ ਕਮਰੇ ਤੋਂ ਉੱਠ ਕੇ ਬਾਹਰ ਚਲੀ ਗਈ। ਮੈਂ ਰਾਤ ਤੱਕ ਇਸੇ ਤਰ੍ਹਾਂ ਆਪਣੇ ਕਮਰੇ ਵਿੱਚ ਪਿਆ ਰਿਹਾ ਅਤੇ ਰਾਤ ਦਾ ਖਾਣਾ ਵੀ ਨਹੀਂ ਖਾਧਾ। ਮੈਂ ਦੇਖਣਾ ਚਾਹੁੰਦਾ ਸੀ ਕਿ ਅੱਜ ਰਾਤ ਵੀ ਉਹ ਮੁੰਡਾ ਸਾਡੇ ਕਮਰੇ ਵਿੱਚ ਆਵੇਗਾ ਜਾਂ ਨਹੀਂ। ਮੈਨੂੰ ਹਮੇਸ਼ਾ ਨੀਂਦ ਦੀ ਗੋਲੀ ਖਾ ਕੇ ਸੌਣ ਦੀ ਆਦਤ ਸੀ। ਮੈਨੂੰ ਬਿਨਾਂ ਗੋਲੀ ਖਾਧੇ ਨੀਂਦ ਨਹੀਂ ਆਉਂਦੀ ਸੀ। ਸ਼ਾਇਦ ਮੇਰੀ ਇਸ ਆਦਤ ਦਾ ਫਾਇਦਾ ਮੇਰੀ ਪਤਨੀ ਪੂਜਾ ਨੇ ਚੁੱਕਿਆ ਸੀ, ਇਸ ਲਈ ਅੱਜ ਰਾਤ ਮੈਂ ਨੀਂਦ ਦੀ ਗੋਲੀ ਨਹੀਂ ਖਾਧੀ। ਮੈਂ ਚੋਰੀ ਆਪਣੇ ਮੋਬਾਈਲ ਦਾ ਵੌਇਸ ਰਿਕਾਰਡਰ ਔਨ ਕਰ ਦਿੱਤਾ ਅਤੇ ਫਿਰ ਉਸਨੇ ਸੋਫੇ ਕੋਲ ਲੁਕੋ ਦਿੱਤਾ। ਮੈਂ ਉਹਨਾਂ ਦੋਨਾਂ ਵਿੱਚ ਹੋਣ ਵਾਲੀਆਂ ਗੱਲਾਂ ਰਿਕਾਰਡ ਕਰਨਾ ਚਾਹੁੰਦਾ ਸੀ ਤੇ ਫਿਰ ਜਦੋਂ ਉਹ ਮੇਰੀ ਪਤਨੀ ਨਾਲ ਮੁਲਾਕਾਤ ਕਰਕੇ ਵਾਪਸ ਜਾਂਦਾ ਤਾਂ ਉਹਨਾਂ ਦੋਨਾਂ ਨੂੰ ਰੰਗੇ ਹੱਥੀਂ ਫੜ ਲੈਂਦਾ। ਮੈਂ ਸੋਚ ਰੱਖਿਆ ਸੀ ਕਿ ਪੂਜਾ ਜੇਕਰ ਮਾਂ ਦੇ ਸਾਹਮਣੇ ਝੂਠ ਬੋਲੇਗੀ
ਤਾਂ ਉਦੋਂ ਮੈਂ ਉਸ ਦੀ ਰਿਕਾਰਡਿੰਗ ਮਾਂ ਨੂੰ ਸੁਣਾ ਦੇਵਾਂਗਾ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ। ਮੈਨੂੰ ਬਹੁਤ ਹੀ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਸੀ ਜਦੋਂ ਉਹ ਮੁੰਡਾ ਸਾਡੇ ਘਰ ਵਿੱਚ ਆਵੇ ਅਤੇ ਪੂਜਾ ਉਸ ਨੂੰ ਸਾਡੇ ਕਮਰੇ ਵਿੱਚ ਲੈ ਆਵੇ। ਮੈਂ ਸੌਣ ਦਾ ਡਰਾਮਾ ਕਰ ਰਿਹਾ ਸੀ। ਪੂਜਾ ਇਹ ਸਮਝ ਰਹੀ ਸੀ ਕਿ ਮੈਂ ਸੌਂ ਚੁੱਕਿਆ। ਇਸ ਲਈ ਥੋੜ੍ਹੀ ਦੇਰ ਬਾਅਦ ਪੂਜਾ ਨੇ ਫੋਨ ਮਿਲਾਇਆ ਤੇ ਇੱਕ ਪੀਜ਼ਾ ਆਰਡਰ ਕਰ ਦਿੱਤਾ। ਮੈਂ ਜਾਣਦਾ ਸੀ ਪੀਜ਼ਾ ਆਰਡਰ ਕਰਨਾ ਤਾਂ ਸਿਰਫ ਇੱਕ ਬਹਾਨਾ ਹੈ। ਪੀਜ਼ਾ ਡਿਲੀਵਰੀ ਕਰਨ ਦੇ ਬਹਾਨੇ ਨਾਲ ਹੀ ਤਾਂ ਉਹ ਮੁੰਡਾ ਮੇਰੇ ਘਰ ਵਿੱਚ ਆਉਂਦਾ ਹੈ। ਵਾਚਮੈਨ ਵੀ ਉਸ ਨੂੰ ਡਿਲੀਵਰੀ ਬੁਆਏ ਸਮਝ ਕੇ ਪੂਜਾ ਦੇ ਕਹਿਣ 'ਤੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੰਦਾ ਹੋਵੇਗਾ। ਇਸ ਲਈ ਅੱਜ ਤੱਕ ਮੈਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ। ਰਾਤ ਦੇ ਤਕਰੀਬਨ 12 ਵਜੇ ਪੂਜਾ ਨੇ ਸਾਡੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਉਸ ਮੁੰਡੇ ਦਾ ਹੱਥ ਫੜ ਕੇ ਉਸ ਨੂੰ ਕਮਰੇ ਦੇ ਅੰਦਰ ਲੈ ਆਈ। ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਉਸ ਸਮੇਂ ਉਸ ਮੁੰਡੇ ਦਾ ਮੂੰਹ ਤੋੜ ਦਿਆਂ। ਬਹੁਤ ਹੀ ਮੁਸ਼ਕਲ ਨਾਲ ਮੈਂ ਆਪਣੇ ਆਪ ਉੱਤੇ ਕਾਬੂ ਕਰਕੇ ਆਪਣੀ ਜਗ੍ਹਾ 'ਤੇ ਲੇਟਿਆ ਰਿਹਾ। ਇਸ ਮੁੰਡੇ ਨੇ ਮੇਰੀ ਪਤਨੀ ਪੂਜਾ ਦਾ ਹੱਥ ਫੜ ਕੇ ਉਸ ਨੂੰ ਖਿੱਚ ਕੇ ਸੋਫੇ ਉੱਤੇ ਬਿਠਾ ਲਿਆ ਤੇ ਫਿਰ ਅਜਿਹੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਕਿ ਮੇਰੇ ਸਰੀਰ ਵਿੱਚ ਅੱਗ ਲੱਗ ਗਈ। ਉਹ ਹੌਲੀ-ਹੌਲੀ ਪੂਜਾ ਨੂੰ ਕਹਿ ਰਿਹਾ ਸੀ ਜੋ ਮੈਨੂੰ ਸੁਣਾਈ ਨਹੀਂ ਦੇ ਰਿਹਾ ਸੀ। ਮੇਰਾ ਫੋਨ ਉੱਥੇ ਹੀ ਰਿਕਾਰਡਿੰਗ ਉੱਤੇ ਲੱਗਾ ਹੋਇਆ ਸੀ। ਮੈਂ ਜਾਣਦਾ ਸੀ ਕਿ ਇਹਨਾਂ ਦੋਨਾਂ ਦੀ ਆਵਾਜ਼ ਮੇਰੇ ਫੋਨ ਵਿੱਚ ਜ਼ਰੂਰ ਰਿਕਾਰਡ ਹੋਈ ਹੋਵੇਗੀ। ਉਹ ਦੋਵੇਂ ਭਾਵਨਾਵਾਂ ਵਿੱਚ ਬਹਿ ਰਹੇ ਸੀ। ਕਾਫੀ ਦੇਰ ਤੱਕ ਮੇਰੀ ਪਤਨੀ ਨਾਲ ਗੱਲਾਂ ਕਰ ਰਿਹਾ ਸੀ। ਮੇਰੀ ਪਤਨੀ ਨੇ ਉਸ ਦਾ ਮੱਥਾ ਚੁੰਮਿਆ ਤੇ ਮੈਨੂੰ ਭਰੋਸਾ ਹੋ ਗਿਆ ਕਿ ਮੇਰੀ ਪਤਨੀ ਇੱਕ ਬਹੁਤ ਹੀ ਜ਼ਿਆਦਾ ਚਰਿੱਤਰਹੀਣ ਤੇ ਡਿੱਗੀ ਹੋਈ ਔਰਤ ਹੈ ਜਿਸ ਨੇ ਆਪਣੀ ਮਾਂ ਦੇ ਕਹਿਣ 'ਤੇ ਮੇਰੇ ਨਾਲ ਵਿਆਹ ਤਾਂ ਕਰ ਲਿਆ, ਪਰ ਉਸ ਦਾ ਦਿਲ ਹੁਣ ਵੀ ਆਪਣੇ ਪੁਰਾਣੇ ਆਸ਼ਕ ਵਿੱਚ ਫਸਿਆ ਹੋਇਆ ਹੈ ਅਤੇ ਸ਼ਾਇਦ ਇਹੀ ਵਜ੍ਹਾ ਸੀ ਕਿ ਆਪਣੀ ਮਾਂ ਨੂੰ ਵੇਖਣਾ ਵੀ ਨਹੀਂ ਚਾਹੁੰਦੀ ਸੀ। ਵਰਨਾ ਕੋਈ ਵੀ ਧੀ ਆਪਣੇ ਮਾਂ-ਬਾਪ ਨਾਲ ਮਿਲਣਾ ਕਿਉਂ ਨਹੀਂ ਚਾਹੇਗੀ। ਮੈਂ ਸਾਰੀਆਂ ਕੜੀਆਂ ਆਪਣੇ ਆਪ ਹੀ ਜੋੜ ਲਈਆਂ ਸੀ। ਥੋੜ੍ਹੀ ਦੇਰ ਬਾਅਦ ਪੂਜਾ ਨੇ ਬਹੁਤ ਸਾਰੇ ਪੈਸੇ ਇਸ ਮੁੰਡੇ ਦੇ ਹੱਥ ਵਿੱਚ ਰੱਖ ਦਿੱਤੇ। ਉਹ ਮੁੰਡਾ ਜਾਣ ਲਈ ਖੜਾ ਹੋ ਗਿਆ। ਇਹ ਠੀਕ ਮੌਕਾ ਸੀ ਮੈਂ ਜਦੋਂ ਰੰਗੇ ਹੱਥੀਂ ਫੜ ਸਕਦਾ ਸੀ ਤੇ ਇਹਨਾਂ ਦੋਨਾਂ ਤੋਂ ਆਪਣਾ ਹਿਸਾਬ ਕਿਤਾਬ ਕਰ ਸਕਦਾ ਸੀ। ਮੈਂ ਝਟਪਟ ਹੀ ਆਪਣੇ ਬਿਸਤਰੇ ਤੋਂ ਉੱਠਿਆ ਤੇ ਇਸ ਮੁੰਡੇ ਨੂੰ ਗਰਦਨ ਤੋਂ ਫੜ ਲਿਆ। ਪੂਜਾ ਸੋਚ ਵੀ ਨਹੀਂ ਸਕਦੀ ਸੀ ਕਿ ਅੱਜ ਮੈਂ ਦਵਾਈ ਨਹੀਂ ਖਾਧੀ, ਸਗੋਂ ਮੈਂ ਜਾਗ ਰਿਹਾ। ਮੈਨੂੰ ਵੇਖ ਕੇ ਉਸਦੇ ਹੋਸ਼ ਉੱਡ ਗਏ ਤੇ ਉਹ ਮੁੰਡਾ ਪੂਰੀ ਤਰ੍ਹਾਂ ਨਾਲ ਘਬਰਾ ਗਿਆ। ਪੂਜਾ ਹੱਥ ਜੋੜ ਕੇ ਕਹਿਣ ਲੱਗੀ ਕਿ ਪਲੀਜ਼ ਇਸ ਨੂੰ ਛੱਡ ਦਿਓ। ਇਹ ਮੁੰਡਾ ਪੀਜ਼ਾ ਦੇਣ ਲਈ ਆਇਆ ਸੀ ਅਤੇ ਮੈਂ ਉਸ ਨੂੰ ਪੈਸੇ ਦੇਣ ਲਈ ਕਮਰੇ ਵਿੱਚ ਲਿਆਈ ਸੀ। ਮੈਂ ਇੱਕ ਥੱਪੜ ਪੂਜਾ ਦੇ ਮੂੰਹ 'ਤੇ ਮਾਰਿਆ ਅਤੇ ਉਸ ਨੂੰ ਕਿਹਾ ਕਿ ਤੂੰ ਤਾਂ ਆਪਣਾ ਮੂੰਹ ਬੰਦ ਹੀ ਰੱਖ। ਤੁਹਾਡੀ ਸਾਰੀ ਸੱਚਾਈ ਤਾਂ ਮੈਂ ਕੱਲ੍ਹ ਹੀ ਜਾਣ ਗਿਆ ਸੀ, ਪਰ ਮੇਰੀ ਮਾਂ ਸਾਹਮਣੇ ਜੋ ਭੋਲੇਪਣ ਦਾ ਤੂੰ ਡਰਾਮਾ ਕਰਦੀ ਆ, ਮੈਂ ਉਸ ਨੂੰ ਪੂਰੀ ਤਰ੍ਹਾਂ ਉਤਾਰਨਾ ਚਾਹੁੰਦਾ ਸੀ। ਤੂੰ ਕਿੰਨੀ ਧੋਖੇਬਾਜ਼ ਤੇ ਮਕਾਰ ਕੁੜੀ ਆ। ਮੇਰੀ ਤੇ ਮੇਰੀ ਮਾਂ ਦੀ ਮੁਹੱਬਤ ਦਾ ਤੂੰ ਇਹ ਸਿਲਾ ਦਿੱਤਾ। ਸਾਡੇ ਹੀ ਘਰ ਵਿੱਚ, ਸਾਡੀ ਹੀ ਛੱਤ ਦੇ ਹੇਠਾਂ ਤੂੰ ਸਾਡੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਰਹੀ ਆ। ਮੇਰੀ ਗੱਲ ਸੁਣ ਕੇ ਪੂਜਾ ਬਹੁਤ ਜ਼ਿਆਦਾ ਰੋਣ ਲੱਗੀ। ਉਹ ਕਹਿਣ ਲੱਗੀ ਕਿ ਇੱਕ ਵਾਰ ਮੇਰੀ ਗੱਲ ਸੁਣ ਲਓ, ਫਿਰ ਜੋ ਚਾਹੇ ਤੁਸੀਂ ਫੈਸਲਾ ਕਰ ਲੈਣਾ। ਮੈਂ ਇੱਕ ਜ਼ੋਰ ਨਾਲ ਚਪੇੜ ਉਸ ਮੁੰਡੇ ਦੇ ਮੂੰਹ 'ਤੇ ਮਾਰੀ। ਜੋ ਕੁਝ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਉਸ ਦੇ ਬਾਅਦ ਤਾਂ ਕੁਝ ਵੀ ਸੁਣ ਸਮਝਣ ਦੀ ਗੁੰਜਾਇਸ਼ ਹੀ ਬਾਕੀ ਨਹੀਂ ਰਹੀ। ਇੱਕ ਡਿਲੀਵਰੀ ਬੁਆਏ ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਕੀ ਕਰਨ ਆਇਆ ਸੀ? ਇਹ ਗੱਲ ਸਮਝਣਾ ਕੋਈ ਵੱਡੀ ਮੁਸ਼ਕਲ ਗੱਲ ਨਹੀਂ ਸੀ। ਮੇਰੇ ਕਮਰੇ ਵਿੱਚ ਰੌਲਾ ਸੁਣ ਕੇ ਮੇਰੀ ਮਾਂ ਮੇਰੇ ਕਮਰੇ ਵਿੱਚ ਆ ਗਈ। ਕਮਰੇ ਦਾ ਮੰਜ਼ਰ ਵੇਖ ਕੇ ਉਹ ਪਰੇਸ਼ਾਨ ਹੋ ਗਈ। ਮੈਂ ਮਾਂ ਨੂੰ ਚੀਖ ਕੇ ਦੱਸਿਆ ਕਿ ਉਸ ਦੀ ਪਿਆਰੀ ਨੂੰ ਕਿਸ ਤਰ੍ਹਾਂ ਸਾਡੀ ਇੱਜ਼ਤ ਨੂੰ ਮਿੱਟੀ 'ਚ ਮਿਲਾ ਰਹੀ ਆ। ਮੇਰੀ ਗੱਲ ਸੁਣ ਕੇ ਮੇਰੀ ਮਾਂ ਨੂੰ ਸਦਮਾ ਲੱਗਾ ਤੇ ਉਹ ਮੈਨੂੰ ਕਹਿਣ ਲੱਗੀ, ਕੁਛ ਤਾਂ ਹੋਸ਼ ਕਰ, ਪੂਜਾ ਇੱਕ ਇੱਜ਼ਤਦਾਰ ਕੁੜੀ ਆ। ਮੈਂ ਗੁੱਸੇ ਨਾਲ ਮਾਂ ਨੂੰ ਕਿਹਾ ਕਿ ਮੈਂ ਪੂਜਾ ਨੂੰ ਕੁਝ ਵੀ ਨਹੀਂ ਕਹਾਂਗਾ, ਸਗੋਂ ਹੁਣ ਜੋ ਕਹੇਗਾ ਮੇਰਾ ਫੋਨ ਰਿਕਾਰਡਿੰਗ ਕਹੇਗਾ। ਮੈਂ ਸੋਫੇ ਵਿੱਚ ਜੋ ਫੋਨ ਲੁਕੋਇਆ ਸੀ ਉਸ ਨੂੰ ਕੱਢਿਆ ਤੇ ਉਸ ਦਾ ਰਿਕਾਰਡਰ ਔਨ ਕਰ ਦਿੱਤਾ ਅਤੇ ਜੋ ਗੱਲਾਂ ਉਹਨਾਂ ਦੋਨਾਂ ਵਿੱਚ ਹੋਈਆਂ ਸਨ ਉਹ ਸੁਣ ਕੇ ਤਾਂ ਮੇਰੀ ਮਾਂ ਦੇ ਨਾਲ ਨਾਲ ਮੇਰੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਗਈ। ਉਹ ਮੁੰਡਾ ਤੇ ਪੂਜਾ ਮੇਰੇ ਸਾਹਮਣੇ ਖੜੇ ਸਨ। ਪੂਜਾ ਇੱਕਦਮ ਅਚਾਨਕ ਬੋਲੀ ਕਿ ਇਹ ਸਭ ਸੱਚ ਹੈ। ਇਹ ਮੇਰਾ ਕਲਾਸਮੇਟ ਸੀ ਤੇ ਮੇਰਾ ਬਹੁਤ ਚੰਗਾ ਦੋਸਤ ਵੀ, ਪਰ ਇਹ ਘਰੋਂ ਗਰੀਬ ਸੀ। ਮੈਂ ਆਪਣੀ ਮਾਂ ਨੂੰ ਬਹੁਤ ਕਿਹਾ ਕਿ ਮੇਰਾ ਇਸ ਨਾਲ ਵਿਆਹ ਕਰ ਦੇ ਕਿਉਂਕਿ ਇਹ ਬਹੁਤ ਹੀ ਸਮਝਦਾਰ ਤੇ ਸੂਝਵਾਨ ਇਨਸਾਨ ਆ। ਮੈਂ ਇਸ ਨੂੰ ਪਿਆਰ ਨਹੀਂ ਕਰਦੀ ਸੀ, ਪਰ ਫਿਰ ਵੀ ਮੈਨੂੰ ਸੀ ਕਿ ਮੈਂ ਇਸ ਨਾਲ ਵਿਆਹ ਕਰਵਾਵਾਂ। ਮੇਰੀ ਮਾਂ ਨੇ ਕਿਹਾ ਕਿ ਤੂੰ ਇਹਨਾਂ ਦੇ ਘਰ ਕਿੱਥੋਂ ਰਹਿ ਲਵੇਂਗੀ? ਮੇਰੇ ਮੁਹੱਲੇ ਵਿੱਚ ਨੱਕ ਕੱਟ ਜਾਵੇਗੀ ਜੇ ਤੇਰਾ ਇਸ ਮੁੰਡੇ ਨਾਲ ਵਿਆਹ ਕਰ ਦਿੱਤਾ।
ਤਾਂ ਇਹ ਸਭ ਮੈਂ ਇਸ ਸ਼ਿਵਮ ਨੂੰ ਦੱਸਿਆ ਕਿ ਮੇਰੀ ਮਾਂ ਮੇਰਾ ਵਿਆਹ ਕਰਨ ਜਾ ਰਹੀ ਆ। ਤਾਂ ਮੈਨੂੰ ਸ਼ਿਵਮ ਨੇ ਕਿਹਾ ਕਿ ਤੈਨੂੰ ਜਦੋਂ ਵੀ ਮੇਰੀ ਜ਼ਰੂਰਤ ਹੋਈ ਤਾਂ ਮੈਨੂੰ ਆਵਾਜ਼ ਮਾਰ ਲਵੀਂ, ਮੈਂ ਉਸੇ ਟਾਈਮ ਹਾਜ਼ਰ ਹੋ ਜਾਵਾਂਗਾ। ਫਿਰ ਮੇਰਾ ਤੁਹਾਡੇ ਨਾਲ ਵਿਆਹ ਹੋ ਗਿਆ ਤੇ ਸਾਡਾ ਮਿਲਣਾ, ਇੱਕ ਦੂਜੇ ਨਾਲ ਗੱਲਾਂ ਕਰਨਾ ਬੰਦ ਹੋ ਗਿਆ। ਮੈਂ ਵੀ ਪੂਰੀ ਤਰ੍ਹਾਂ ਤੁਹਾਡੇ ਰੰਗ ਵਿੱਚ ਰੰਗ ਚੁੱਕੀ ਸੀ, ਪਰ ਹੁਣ ਤੁਸੀਂ 2 ਮਹੀਨਿਆਂ ਤੋਂ ਮੇਰੇ ਲਈ ਟਾਈਮ ਹੀ ਨਹੀਂ ਕੱਢਦੇ ਸੀ। ਤਾਂ ਇੱਕ ਦਿਨ ਮੈਂ ਪੀਜ਼ਾ ਮੰਗਵਾਇਆ ਤਾਂ ਮੈਂ ਦੇਖਿਆ ਕਿ ਸ਼ਿਵਮ ਪੀਜ਼ਾ ਡਿਲੀਵਰ ਕਰਦਾ ਹੈ। ਮੈਂ ਉਸ ਤੋਂ ਉਸ ਦਾ ਨੰਬਰ ਲੈ ਲਿਆ। ਹੁਣ ਮੈਂ ਕਦੇ ਕਦਾਈ ਉਸ ਤੋਂ ਪੀਜ਼ਾ ਮੰਗਵਾ ਲਿਆ ਕਰਦੀ ਸੀ, ਉਸ ਨਾਲ ਢੇਰ ਸਾਰੀਆਂ ਗੱਲਾਂ ਕਰਿਆ ਕਰਦੀ ਸੀ। ਉਹ ਮੁੰਡਾ ਰਿਕਾਰਡਿੰਗ ਵਿੱਚ ਕਹਿ ਰਿਹਾ ਸੀ ਕਿ ਪੂਜਾ, ਤੇਰੀ ਮਦਦ ਨਾਲ ਮੈਂ LLB ਕੰਪਲੀਟ ਕਰ ਲਈ। ਹੁਣ ਮੈਨੂੰ ਸਿਰਫ 1 ਸਾਲ ਦੀ ਪ੍ਰੈਕਟਿਸ ਕਰਨੀ ਆ। ਪੂਜਾ, ਜੇ ਤੂੰ ਮੇਰਾ ਸਾਥ ਨਾ ਦਿੰਦੀ ਤਾਂ ਸ਼ਾਇਦ ਕਦੇ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਨਾ ਵਧ ਪਾਉਂਦਾ। ਤੇਰੀ ਵਜ੍ਹਾ ਨਾਲ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਇੰਨਾ ਪੜ੍ਹ ਸਕਿਆ। ਪੂਜਾ ਉਸ ਨੂੰ ਮੁਬਾਰਕਬਾਦ ਦੇ ਰਹੀ ਸੀ ਤੇ ਉਸ ਨੂੰ ਆਪਣਾ ਦੋਸਤ ਕਹਿ ਰਹੀ ਸੀ। ਫਿਰ ਪੂਜਾ ਨੇ ਕਿਹਾ ਕਿ ਇੱਕ ਵਾਰ ਦੀ ਫੀਸ ਇਸਨੇ ਮੇਰੇ ਤੋਂ ਲਈ ਸੀ ਤੇ ਹੁਣ ਦੁਬਾਰਾ ਫਿਰ ਇਹ ਫੀਸ ਭਰਨ ਲਈ ਮੇਰੇ ਕੋਲ ਅੱਜ ਪੈਸੇ ਲੈਣ ਆਇਆ ਸੀ। ਹਾਂ, ਮੈਂ ਇਸ ਤੋਂ ਪੀਜ਼ਾ ਮੰਗਵਾਉਂਦੀ ਹਾਂ ਕਿਉਂਕਿ ਤੁਸੀਂ ਮੈਨੂੰ ਟਾਈਮ ਨਹੀਂ ਦਿੰਦੇ ਤੇ ਆਫਿਸ ਤੋਂ ਆਉਂਦੇ ਹੀ ਖਾਣਾ ਖਾ ਕੇ ਸੌਂ ਜਾਂਦੇ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਹਰ ਇੱਕ ਨਿੱਕੀ ਨਿੱਕੀ ਗੱਲ ਇਸ ਨਾਲ ਸ਼ੇਅਰ ਕਰਦੀ ਹਾਂ। ਜਦੋਂ ਕਿਤੇ ਵੀ ਮੈਂ ਥੋੜ੍ਹਾ ਬਹੁਤ ਗਲਤ ਪਾਸੇ ਜਾਂਦੀ ਹਾਂ ਤਾਂ ਇਹ ਮੈਨੂੰ ਉਦੋਂ ਹੀ ਰੋਕ ਦਿੰਦਾ। ਇਹ ਇੱਕ ਬਹੁਤ ਹੀ ਸਮਝਦਾਰ ਤੇ ਸੂਝਵਾਨ ਇਨਸਾਨ ਆ। ਹੁਣ ਮੈਨੂੰ ਸਮਝ ਆ ਗਿਆ ਸੀ ਕਿ ਇਸ ਵਿੱਚ ਗਲਤੀ ਮੇਰੀ ਹੀ ਸੀ ਕਿਉਂਕਿ ਮੈਂ ਆਪਣੇ ਕੰਮ ਵਿੱਚ ਇੰਨਾ ਖੁੱਭ ਚੁੱਕਿਆ ਸੀ ਕਿ ਆਪਣੀ ਪਤਨੀ ਨੂੰ ਟਾਈਮ ਹੀ ਨਹੀਂ ਦਿੰਦਾ ਸੀ ਤੇ ਰਾਤ ਨੂੰ ਨੀਂਦ ਦੀ ਗੋਲੀ ਖਾ ਕੇ ਸੌਂ ਜਾਂਦਾ ਸੀ। ਜੋ ਜ਼ਿੰਦਗੀ ਦੇ ਦੁੱਖ ਸੁੱਖ ਉਸਨੇ ਮੇਰੇ ਨਾਲ ਕਰਨੇ ਸੀ ਉਹ ਆਪਣੇ ਦੋਸਤ ਨਾਲ ਕਰਦੀ ਸੀ। ਹੁਣ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਸਾਰਾ ਟਾਈਮ ਉਸ ਨੂੰ ਦੇਵਾਂਗਾ ਤੇ ਉਸ ਸ਼ਿਵਮ ਨੂੰ ਵੀ ਕਿਹਾ ਕਿ ਤੈਨੂੰ ਕਦੇ ਵੀ ਕਿਸੇ ਪੈਸੇ ਦੀ ਜ਼ਰੂਰਤ ਹੋਵੇ ਤਾਂ ਮੈਨੂੰ ਦੱਸੀ, ਮੈਂ ਤੇਰੀ ਮਦਦ ਕਰਾਂਗਾ। ਤੇ ਹੁਣ ਸ਼ਿਵਮ ਨੂੰ ਵੀ ਮੈਂ ਆਪਣੇ ਘਰ ਆਪ ਬੁਲਾਉਂਦਾ ਤੇ ਅਸੀਂ ਸਾਰੇ ਬੈਠ ਕੇ ਗੱਪਾਂ ਮਾਰਦੇ। ਸ਼ਿਵਮ ਇੱਕ ਵਕੀਲ ਬਣ ਚੁੱਕਿਆ ਤੇ ਮੇਰੀ ਪਤਨੀ ਉਸ ਦੇ ਵਿਆਹ ਲਈ ਕੁੜੀ ਲੱਭਣ ਵਿੱਚ ਬਿਜ਼ੀ ਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।